हेलो स्टूडेंट्स, ਅੱਜ ਆਪਾਂ जो चैप्टर ਕਰਨ ਜਾ ਰਹੇ ਹਾਂ ਉਹਦਾ ਨਾਮ ਹੈ ਇਲੈਕਟ੍ਰਿਸਿਟੀ। ਜਿਵੇਂ ਕਿ ਤੁਹਾਨੂੰ ਪਤਾ ਹੀ ਹੋਏਗਾ, ਚਾਰजेस ਦੀ ਪ੍ਰੈਜ਼ੈਂਸ ਹੋਣਾ ਜਾਂ ਚਾਰजेस ਦਾ ਫਲੋ ਹੋਣਾ। ਦੋ ਤਰ੍ਹਾਂ ਦੀ ਇਲੈਕਟ੍ਰਿਸਿਟੀ ਹੁੰਦੀ ਹੈ, ਜਿਵੇਂ ਸਟੈਟਿਕ ਇਲੈਕਟ੍ਰਿਸਿਟੀ ਹੁੰਦੀ ਹੈ, ਇੱਕ ਹੁੰਦੀ ਹੈ ਕਰੰਟ ਇਲੈਕਟ੍ਰਿਸਿਟੀ। ਸਟੈਟਿਕ ਇਲੈਕਟ੍ਰਿਸਿਟੀ ਤੋਂ ਮੇਰਾ ਮਤਲਬ ਹੈਗਾ ਵੀ ਜਦੋਂ ਚਾਰਜ ਸਟੈਟਿਕ ਹੁੰਦੇ ਨੇ, ਮਤਲਬ ਕਿ ਉਹ ਫਲੋ ਨਹੀਂ ਕਰਦੇ। ਸਪੋਜ਼ ਜਦੋਂ ਤੁਸੀਂ ਇੱਕ ਸਕੇਲ ਲੈਂਦੇ ਹੋ, ਉਹਨੂੰ ਆਪਣੇ ਵਾਲਾਂ ਦੇ ਵਿੱਚ ਰਗੜਦੇ ਹੋ, ਤਾਂ ਸਡਨਲੀ ਉਹਦੇ ਵਿੱਚ ਕੀ ਹੁੰਦਾ, ਜਿਹੜੇ ਥਾਂ 'ਤੇ ਇਲੈਕਟ੍ਰਿਸਿਟੀ ਪੈਦਾ ਹੁੰਦੀ ਆ, ਜਿਹੜੀ ਥਾਂ 'ਤੇ ਚਾਰਜ ਇਕੱਠੇ ਹੋਏ ਹੁੰਦੇ ਨੇ, ਉਹ ਦੂਜੇ ਜਿਹੜੇ ਲਿਟਰ ਹੁੰਦੀ ਆ, ਮਤਲਬ ਕਾਗਜ਼ ਦੇ ਛੋਟੇ ਛੋਟੇ ਟੁਕੜੇ ਹੁੰਦੇ ਨੇ, ਉਹ ਉਹਨਾਂ ਨੂੰ ਅਟਰੈਕਟ ਕਰਦਾ ਉੱਥੋਂ ਉਹ। ਤਾਂ ਇਹ ਜਿਹੜੀ ਚੀਜ਼ ਆ, ਇਹ ਸਟੈਟਿਕ ਇਲੈਕਟ੍ਰਿਸਿਟੀ ਆ। ਮਤਲਬ ਉਹਦੇ ਵਿੱਚ ਕੀ ਹੁੰਦਾ, ਚਾਰਜਸ ਜਿਹੜੇ ਨੇ ਉਹ ਮੂਵ ਨਹੀਂ ਕਰਦੇ। ਠੀਕ ਹੈ। ਸਿਮਿਲਰਲੀ ਕਰੰਟ ਇਲੈਕਟ੍ਰਿਸਿਟੀ ਜਿਹੜਾ ਹੈਗਾ ਉਹ ਕੀ ਆ, ਕਰੰਟ ਇਲੈਕਟ੍ਰਿਸਿਟੀ ਦਾ ਮਤਲਬ ਇਹ ਆ ਵੀ ਉਹਦੇ ਵਿੱਚ ਚਾਰਜਸ ਜਿਹੜੇ ਹੈਗੇ ਆ ਉਹ ਫਲੋ ਕਰਦੇ ਨੇ, ਜਿਵੇਂ ਕਿ ਆਮ ਆਪਾਂ ਇਲੈਕਟ੍ਰਿਸਿਟੀ ਦੀ ਗੱਲ ਕਰਦੇ ਹਾਂ। ਓਕੇ, ਇਹਦੇ ਵਿੱਚ ਜਿਹੜੇ ਚਾਰਜਸ ਨੇ ਉਹ ਫਲੋ ਕਰਦੇ ਰਹਿੰਦੇ ਨੇ। ਸੋ ਅੱਗੇ ਆਪਾਂ ਵੱਧਦੇ ਹਾਂ, ਇਹਦੇ ਵਿੱਚ ਆਪਾਂ ਪੜ੍ਹਾਂਗੇ ਕੀ ਕੁਛ। ਤਾਂ ਸਭ ਤੋਂ ਪਹਿਲੀ ਚੀਜ਼ ਤਾਂ ਆਪਾਂ ਇਹਦੇ ਵਿੱਚ ਪੜ੍ਹਨੀ ਆ, ਉਹ ਹੈਗਾ ਆਪਣਾ ਇਲੈਕਟ੍ਰਿਕ ਕਰੰਟ ਐਂਡ ਸਰਕਿਟ। ਇਲੈਕਟ੍ਰਿਕ ਪੋਟੈਂਸ਼ੀਅਲ ਕੀ ਹੁੰਦਾ, ਪੋਟੈਂਸ਼ੀਅਲ ਡਿਫਰੈਂਸ ਕੀ ਹੁੰਦਾ, ਸਰਕਿਟ ਡਾਇਗਰਾਮਸ ਦੇਖਾਂਗੇ ਆਪਾਂ, ਓਮਸ ਲਾ ਦੇਖਾਂਗੇ, ਫੈਕਟਰਸ ਔਨ ਵਿਚ ਰੈਸਿਸਟੈਂਸ ਆਫ ਦਾ ਕੰਡਕਟਰ ਡਿਪੈਂਡਸ। ਤਾਂ ਐਵੇਂ ਦੇ ਕਿਹੜੇ ਫੈਕਟਰਸ ਹੈਗੇ ਜਿਹੜੇ ਕਿ ਕਿਸੇ ਡਿਵਾਈਸ ਦੇ ਰੈਸਿਸਟੈਂਸ ਨੂੰ ਇਫੈਕਟ ਕਰਦੇ ਨੇ। ਦੈਨ ਰੈਸਿਸਟੈਂਸ ਆਫ ਸਿਸਟਮ ਆਫ ਰੈਜ਼ਿਸਟਰ। ਤਾਂ ਰੈਸਿਸਟੈਂਸ ਸਿਸਟਮ ਕਿਵੇਂ ਦਾ ਹੁੰਦਾ, ਸੀਰੀਜ਼ 'ਚ ਹੁੰਦਾ, ਪੈਰਲਲ 'ਚ ਹੁੰਦਾ, ਉਹ ਆਪਾਂ ਅੱਗੇ ਪੜ੍ਹਾਂਗੇ। ਦੈਨ ਹੀਟਿੰਗ ਇਫੈਕਟ ਆਫ ਇਲੈਕਟ੍ਰਿਕ ਕਰੰਟ ਐਂਡ ਦੈਨ ਇਲੈਕਟ੍ਰਿਕ ਪਾਵਰ। ਸੋ ਸਭ ਤੋਂ ਪਹਿਲਾਂ ਆਪਣੇ ਕੋਲ ਆਇਆ ਚਾਰਜ। ਚਾਰਜ ਕੀ ਚੀਜ਼ ਹੈ? ਚਾਰਜ ਅਸਲ ਦੇ ਵਿੱਚ ਪ੍ਰੋਪਰਟੀ ਆ ਇੱਕ ਮੈਟਰ ਦੀ। ਮੈਟਰ ਦੇ ਵਿੱਚ ਐਟਮ ਆਉਂਦਾ, ਐਟਮ ਦੀ ਪ੍ਰੋਪਰਟੀ ਆ। ਓਕੇ, ਚਾਰਜਸ ਜਿਹੜੇ ਹੈਗੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਨੈਗੇਟਿਵ ਹੁੰਦਾ ਅਤੇ ਇੱਕ ਪੋਜ਼ੀਟਿਵ ਹੁੰਦਾ। ਨੈਗੇਟਿਵ ਚਾਰਜ ਵੀ ਆਲ ਨੋ ਦੈਟ ਇਲੈਕਟ੍ਰੋਨਸ ਹੁੰਦੇ ਨੇ, ਪੋਜ਼ੀਟਿਵ ਚਾਰਜ ਵੀ ਆਲ ਨੋ ਦੈਟ ਪ੍ਰੋਟੋਨਸ ਹੁੰਦੇ ਨੇ। ਅਤੇ ਜੇ ਆਪਾਂ ਚਾਰਜ ਦੇ SI ਯੂਨਿਟ ਦੀ ਗੱਲ ਕਰੀਏ ਤਾਂ ਉਹਦਾ SI ਯੂਨਿਟ ਹੈਗਾ ਕੂਲਮ। ਜਦੋਂ ਉਹਨੂੰ ਆਪਾਂ ਸਿੰਬਲ ਜਿਹੜੇ ਨਾਲ ਰਿਪਰੈਜ਼ੈਂਟ ਕਰਦੇ ਹਾਂ ਕੂਲਮ ਨੂੰ, ਉਹ C ਨਾਲ ਕਰਦੇ ਹਾਂ, ਅਤੇ ਜਦੋਂ ਚਾਰਜ ਨੂੰ ਰਿਪਰੈਜ਼ੈਂਟ ਕਰਦੇ ਹਾਂ ਤਾਂ ਆਪਾਂ Q ਨਾਲ ਕਰਦੇ ਹਾਂ। ਓਕੇ, ਸੋ ਹੁਣ ਅੱਗੇ ਆਪਾਂ ਪੜ੍ਹਾਂਗੇ ਵੀ ਜਿਹੜਾ ਚਾਰਜ ਹੁੰਦਾ ਉਹਦੇ ਵਿੱਚ ਕਿੰਨੇ ਇਲੈਕਟ੍ਰੋਨਸ ਹੁੰਦੇ ਨੇ। ਓਕੇ, ਇੱਕ ਚਾਰਜ ਦੇ ਵਿੱਚ ਕਿੰਨੇ ਇਲੈਕਟ੍ਰੋਨਸ ਹੁੰਦੇ ਨੇ, ਨੰਬਰ ਆਫ ਇਲੈਕਟ੍ਰੋਨਸ ਕਿੰਨੇ ਹੁੰਦੇ ਨੇ। ਤਾਂ ਇੱਕ ਚਾਰਜ ਦੇ ਵਿੱਚ 6.25 ਮਲਟੀਪਲਾਈ 10⁻18 ਇਲੈਕਟ੍ਰੋਨਸ ਹੁੰਦੇ ਨੇ। ਸੋ ਆ ਜਿਵੇਂ ਆਪਾਂ ਦੇਖ ਰਹੇ ਹਾਂ, ਇੱਕ ਫਾਰਮੂਲੇ ਤੋਂ ਨਿਕਲਿਆ, ਜਿਵੇਂ ਚਾਰਜ ਇਜ਼ ਇਕੁਅਲ ਟੂ N × E। ਹੁਣ ਜਿਹੜਾ N ਆ ਉਹ ਆ ਨੰਬਰ ਆਫ ਇਲੈਕਟ੍ਰੋਨਸ। ਓਕੇ, ਹੁਣ ਆਪਾਂ ਜੇ ਦੇਖਣਾ ਆ ਵੀ Q ਦੇ ਜਿਹੜਾ Q ਆ ਉਹ 1C ਦੇ ਬਰਾਬਰ ਆ, ਅਤੇ ਇੱਕ ਇਲੈਕਟ੍ਰੋਨ ਜੋ ਹੈ ਉਹ ਜੇ ਕਿਸੇ ਇੱਕ ਇਲੈਕਟ੍ਰੋਨ ਦੇ ਉੱਪਰ ਆਪਾਂ ਚਾਰਜ ਦੇਖੀਏ ਤਾਂ ਕਿੰਨਾ ਹੁੰਦਾ, 1.6 ਮਲਟੀਪਲਾਈ 10⁻⁻19। ਓਕੇ, ਤਾਂ ਜੇ ਪ੍ਰੋਟੋਨ ਦੀ ਗੱਲ ਕਰੀਏ ਤਾਂ ਉੱਥੇ ਮਾਈਨਸ ਦੀ ਜਗ੍ਹਾ 'ਤੇ ਕੀ ਆ ਜਾਂਦਾ, ਪਲੱਸ ਆ ਜਾਂਦਾ। ਦੈਟਸ ਇਟ। ਤਾਂ N ਜੇ ਆਪਾਂ ਫਾਈਂਡ ਕਰੀਏ ਇਹ ਚੀਜ਼ ਦੇ ਵਿੱਚ ਤਾਂ ਆਪਣਾ Q/E ਨਿਕਲਿਆ, ਜੋ 1/1.6 ਮਲਟੀਪਲਾਈ 10⁻⁻19 ਨਿਕਲਿਆ। ਅਤੇ ਜਦੋਂ ਅੱਗੇ ਇਹਨੂੰ ਫਰਦਰ ਸੋਲਵ ਕਰਾਂਗੇ ਤਾਂ ਆਪਣੇ ਕੋਲ ਇਹਦੀ ਐਗਜ਼ੈਕਟ ਫਿਗਰ ਜੋ ਆਉਂਦੀ ਹੈ ਉਹ ਆਉਂਦੀ ਹੈ 6.25 10⁻18। ਓਕੇ, ਨਾਓ ਨੈਕਸਟ ਇਜ਼ ਕਰੰਟ। ਹੁਣ ਕਰੰਟ ਕੀ ਚੀਜ਼ ਆ? ਦੇਖੋ, ਜੋ ਚਾਰਜਸ ਨੇ ਉਹਨਾਂ ਦਾ ਫਲੋ ਹੋਣਾ, ਠੀਕ ਹੈ, ਕਿੰਨੇ ਟਾਈਮ 'ਚ ਕਿੰਨਾ ਫਲੋ ਹੁੰਦਾ, ਦੈਟ ਇਜ਼ ਕਰੰਟ। ਤਾਂ ਕਰੰਟ ਨੂੰ ਕਿਵੇਂ ਡਿਨੋਟ ਕਰਦੇ ਹਾਂ ਆਪਾਂ? ਕਰੰਟ ਨੂੰ ਡਿਨੋਟ ਕਰਦੇ ਹਾਂ ਆਪਾਂ I ਨਾਲ। ਤਾਂ I ਇਜ਼ ਇਕੁਅਲ ਟੂ Q ਮੀਨਸ ਚਾਰਜਸ ਓਵਰ ਟਾਈਮ, ਮਤਲਬ ਕਿੰਨੇ ਟਾਈਮ ਦੇ ਵਿੱਚ ਕਿੰਨਾ ਚਾਰਜ ਫਲੋ ਹੋਇਆ। ਇਲੈਕਟ੍ਰਿਕ ਕਰੰਟ ਕੈਨ ਬੀ ਡਿਫਾਈਨਡ ਐਜ਼ ਅ ਅਮਾਊਂਟ ਆਫ ਚਾਰਜ ਫਲੋਇੰਗ ਥਰੂ ਅ ਯੂਨਿਟ ਕ੍ਰਾਸ ਸੈਕਸ਼ਨ ਇਨ ਪਰ ਸੈਕਿੰਡ। ਓਕੇ, SI ਯੂਨਿਟ ਜਿਹੜਾ ਹੈਗਾ ਤਾਂ ਇਹਨੂੰ ਐਂਪੀਅਰ ਕਹਿੰਦੇ ਹਾਂ ਆਪਾਂ, ਅਤੇ ਇਹ ਡਿਨੋਟ ਕਿਹਦੇ ਨਾਲ ਹੁੰਦਾ, ਆਪਣਾ A ਨਾਲ ਹੁੰਦਾ। ਤਾਂ ਐਂਪੀਅਰ ਜਿਹੜਾ ਹੈਗਾ
1 ਐਂਪੀਅਰ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਇਜ਼ ਇਕੁਅਲ ਟੂ 1C/1S ਹੁੰਦਾ। ਤਾਂ ਇੱਦਾਂ ਹੀ ਇਹਦੀ ਇੱਕ ਛੋਟੀ ਵੀ ਇਹਦਾ ਯੂਨਿਟ ਹੈਗੇ ਨੇ, ਉਹ ਹੈਗੇ ਮਿਲੀ ਐਂਪੀਅਰ ਅਤੇ ਮਾਈਕਰੋ ਐਂਪੀਅਰ। ਜਿਹੜਾ ਮਿਲੀ ਐਂਪੀਅਰ ਆ ਉਹਨੂੰ ਆਪਾਂ ਡਿਨੋਟ ਕਰਦੇ ਹਾਂ ਜਾਂ ਇਕੁਅਲ ਟੂ ਹੁੰਦਾ 10⁻³ ਐਂਪੀਅਰ ਦੇ ਬਰਾਬਰ ਹੁੰਦਾ। ਐਵੇਂ ਮਾਈਕਰੋ ਐਂਪੀਅਰ ਨੂੰ ਆਪਾਂ ਮਿਊ, ਇਹ ਮਿਊ ਦਾ ਸਾਈਨ ਆ, ਓਕੇ, ਜੋ ਕਿ ਯੂ ਅਤੇ ਐਨ ਦਾ ਥੋੜ੍ਹਾ ਮਿਕਸਅਪ ਕਰਕੇ ਇਹਨਾਂ ਨੇ ਬਣਾਇਆ ਆ। ਮਿਊ ਦਾ ਸਾਈਨ ਮਿਊ ਏ ਮਤਲਬ ਮਾਈਕਰੋ ਐਂਪੀਅਰ ਵਿਚ ਇਜ਼ ਇਕੁਅਲ ਟੂ 10⁻16 ਐਂਪੀਅਰ। ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਐਮੀਟਰ ਹੁੰਦਾ ਉਹ ਕੀ ਚੀਜ਼ ਹੁੰਦੀ ਹੈ। ਦੇਖੋ, ਐਮੀਟਰ ਇਜ਼ ਐਨ ਇੰਸਟਰੂਮੈਂਟ ਯੂਜ਼ ਟੂ ਮੈਜ਼ਰ ਦਾ ਇਲੈਕਟ੍ਰਿਕ ਕਰੰਟ ਇਨ ਅ ਸਰਕਿਟ। ਇੱਕ ਤਰ੍ਹਾਂ ਦਾ ਡਿਵਾਈਸ ਆ ਜਿਹੜਾ ਕੀ ਕਰਦਾ, ਸਰਕਿਟ ਦੇ ਵਿੱਚ ਕਰੰਟ ਨੂੰ ਨਾਪਦਾ ਆ, ਓਕੇ। ਇਟ ਇਜ਼ ਆਲਵੇਜ਼ ਕਨੈਕਟਡ ਇਨ ਸੀਰੀਜ਼। ਇਹਦੇ ਵਿੱਚ ਜਿਹੜੀ ਮੇਨ ਧਿਆਨ ਰੱਖਣ ਵਾਲੀ ਚੀਜ਼ ਆ ਉਹ ਇਹ ਆ ਵੀ ਇਹ ਸੀਰੀਜ਼ 'ਚ ਕਨੈਕਟ ਹੁੰਦਾ। ਹੁਣ ਆਪਾਂ ਗੱਲ ਕਰਾਂਗੇ ਵੀ ਸੀਰੀਜ਼ ਅਤੇ ਪੈਰਲਲ ਕੀ ਚੀਜ਼ਾਂ ਨੇ। ਸੋ ਆਪਾਂ ਪਹਿਲਾਂ ਗੱਲ ਕਰ ਲੈਂਦੇ ਹਾਂ ਵੀ ਇਹ ਅਸਲ ਦੇ ਵਿੱਚ ਤੁਸੀਂ ਯਾਦ ਰੱਖਣਾ, ਇਹਨੂੰ ਆਪਾਂ ਫਰਦਰ ਜਦੋਂ ਆਪਾਂ ਰੈਸਿਸਟੈਂਸ ਦੀ ਗੱਲ ਕਰਾਂਗੇ ਉਦੋਂ ਆਪਾਂ ਗੱਲ ਕਰਾਂਗੇ ਇਹਦੀ, ਠੀਕ ਹੈ। ਤੋ ਕਨੈਕਟਡ ਇਨ ਸੀਰੀਜ਼ ਇਨ ਅ ਸਰਕਿਟ, ਇਟ ਹੈਜ਼ ਲੋ ਰੈਸਿਸਟੈਂਸ। ਇਹਦਾ ਰੈਸਿਸਟੈਂਸ ਜੋ ਹੁੰਦਾ ਉਹ ਲੋ ਹੁੰਦਾ। ਰੈਸਿਸਟੈਂਸ ਵੀ ਕੀ ਆ ਉਹ ਅੱਗੇ ਪੜ੍ਹਦੇ ਹਾਂ ਆਪਾਂ। ਆਈਡਲੀ ਐਮੀਟਰਸ ਰੈਸਿਸਟੈਂਸ ਮਸਟ ਬੀ 0। ਇਟ ਇਜ਼ ਰਿਪਰੈਜ਼ੈਂਟਡ ਐਜ਼, ਦੇਖੋ ਰਿਪਰੈਜ਼ੈਂਟ ਕਿਵੇਂ ਕੀਤਾ ਜਾਂਦਾ, ਉਹ ਬ੍ਰੈਕਟ ਦੇ ਵਿੱਚ ਏ ਨੂੰ ਰੱਖ ਕੇ 2 ਬ੍ਰੈਕਟਸ ਦੇ ਵਿੱਚ ਅਤੇ ਐਮ ਦੇ ਡੈਸ਼ ਡੈਸ਼ ਪਾ ਦੇਈਦਾ, ਓਕੇ, ਜਾਂ ਇੱਕ ਗੋਲ ਪਾ ਕੇ ਉਹਦੇ ਉੱਪਰ ਅਤੇ ਇੱਧਰ ਆਪਾਂ 2 ਡੈਸ਼ ਪਾ ਦਈਦੀਆਂ ਨੇ ਇਹਦੇ ਆਲੇ ਦੁਆਲੇ। ਨੈਕਸਟ ਆ ਗਿਆ ਤੁਹਾਡਾ ਇਲੈਕਟ੍ਰਿਕ ਸਰਕਿਟ। ਹੁਣ ਇਲੈਕਟ੍ਰਿਕ ਸਰਕਿਟ ਕੀ ਹੁੰਦਾ? ਇਟ ਇਜ਼ ਅ ਕਲੋਜ਼ਡ ਪਾਥ ਅਲੋਂਗ ਵਿਦ ਇਲੈਕਟ੍ਰਿਕ ਕਰੰਟ ਫਲੋਜ਼। ਜਿਹਦੇ ਆਲੇ ਦੁਆਲੇ ਇਲੈਕਟ੍ਰਿਕ ਕਰੰਟ ਜਿਹੜਾ ਆ ਉਹ ਫਲੋ ਕਰਦਾ ਆ, ਉਹ ਇਲੈਕਟ੍ਰਿਕ ਸਰਕਿਟ ਹੁੰਦਾ। ਇਹ ਕਲੋਜ਼ ਪਾਥ ਹੁੰਦਾ। ਜਿਵੇਂ ਕਿ ਆਪਾਂ ਫਿਗਰ ਦੇਖ ਹੀ ਰਹੇ ਹਾਂ, ਇਹਦੇ ਵਿੱਚ ਕੀ ਦੱਸਿਆ ਹੋਇਆ, ਦੇਖੋ ਕਰੰਟ ਫਲੋ ਕਰ ਰਿਹਾ, ਜਿਵੇਂ ਕਿ ਇਹਦੇ ਐਰੋਜ਼ ਜਿਹੜੇ ਦਿਖਾ ਰਹੇ ਨੇ ਤਾਂ ਉਹ ਕਰੰਟ ਫਲੋ ਦਿਖਾ ਰਹੇ ਨੇ ਆਪਾਂ ਨੂੰ, ਓਕੇ। ਤਾਂ ਜੇ ਆਪਾਂ ਤੋਂ ਕੋਈ ਪੁੱਛੇ ਵੀ ਕਰੰਟ ਜਿਹੜਾ ਫਲੋ ਆ ਉਹ ਕਿੱਧਰ ਨੂੰ ਕਰਦਾ ਹੁੰਦਾ ਆ, ਤਾਂ ਉਹ ਜਦੋਂ ਫਲੋ ਕਰਦਾ ਤਾਂ ਉਹ ਪੋਜ਼ੀਟਿਵ ਟੂ ਨੈਗੇਟਿਵ ਨੂੰ ਕਰਦਾ, ਓਕੇ। ਤਾਂ ਉਹ ਆਪਾਂ ਨੂੰ ਇਹ ਦਿਸ ਰਿਹਾ, ਓਕੇ। ਨੈਕਸਟ ਜਿਹੜੇ ਟੋਪਿਕ 'ਤੇ ਆਪਾਂ ਗੱਲ ਕਰਾਂਗੇ ਉਹ ਆ ਤੁਹਾਡਾ ਪੋਟੈਂਸ਼ੀਅਲ ਡਿਫਰੈਂਸ। ਤਾਂ ਪੋਟੈਂਸ਼ੀਅਲ ਡਿਫਰੈਂਸ ਕੀ ਚੀਜ਼ ਹੁੰਦੀ ਹੈ? ਫੋਰ ਐਗਜ਼ਾਮਪਲ, ਵਾਟਰ ਫਲੋਇੰਗ ਥਰੂ ਅ ਟਿਊਬ, ਇਟ ਇਜ਼ ਓਨਲੀ ਪੋਸੀਬਲ ਵੈਨ ਦੇਅਰ ਇਜ਼ ਅ ਹਾਈ ਪ੍ਰੈਸ਼ਰ ਐਟ ਦਾ ਵਨ ਸਾਈਡ ਐਂਡ ਅ ਲੋ ਐਟ ਦਾ ਅਨਦਰ ਸਾਈਡ। ਦੇਖੋ, 2 ਬੀਕਰ ਲਓ, ਉਹਨਾਂ ਵਿੱਚ ਪਾਣੀ ਭਰੋ। ਇੱਕ ਬੀਕਰ ਦੇ ਵਿੱਚ ਜ਼ਿਆਦਾ ਪਾਣੀ ਹੋਏਗਾ ਅਤੇ ਦੂਸਰੇ ਦੇ ਬੀਕਰ ਦੇ ਵਿੱਚ ਘੱਟ ਪਾਣੀ ਹੋਏਗਾ। ਇਹ ਜੇ ਜ਼ਿਆਦਾ ਪਾਣੀ ਵਾਲੇ ਬੀਕਰ ਦੇ ਵਿੱਚ ਤੁਸੀਂ ਪਾਈਪ ਲਾਉਂਦੇ ਹੋ ਘੱਟ ਪਾਣੀ ਵਾਲੇ ਬੀਕਰ 'ਚ, ਤਾਂ ਜਿਹੜਾ ਪਾਣੀ ਆ ਉਹ ਜ਼ਿਆਦਾ ਬੀਕਰ ਵਾਲੇ ਪਾਣੀ 'ਚੋਂ ਘੱਟ ਬੀਕਰ ਵਾਲੇ ਪਾਣੀ ਦੇ ਵਿੱਚ ਫਲੋ ਕਰੂਗਾ। ਅਤੇ ਇਹਦੇ ਨਾਲ ਹੀ ਕੰਪੈਰੇਟਿਵਲੀ ਇੱਕ ਹੋਰ 2 ਬੀਕਰ ਲਓ ਜਿਹਦੇ ਵਿੱਚ ਕੀ ਹੋਵੇ, ਪਾਣੀ ਬਰਾਬਰ ਬਰਾਬਰ ਹੋਵੇ। ਤਾਂ ਉਹਦੇ ਵਿੱਚ ਜੇ ਤੁਸੀਂ ਪਾਈਪ ਕਨੈਕਟ ਕਰੋਗੇ ਤਾਂ ਉਹਦੇ ਵਿੱਚ ਪਾਣੀ ਜਿਹੜਾ ਹੈਗਾ ਉਹ ਫਲੋ ਨਹੀਂ ਕਰੇਗਾ। ਰੀਜ਼ਨ ਕੀ ਹੈ ਉਹਦੇ ਵਿੱਚ? ਰੀਜ਼ਨ ਇਹ ਆ ਵੀ ਜਿਹੜਾ ਉਹਨਾਂ ਦੇ ਵਿੱਚ ਡਿਫਰੈਂਸ ਆ, ਪੋਟੈਂਸ਼ੀਅਲ ਡਿਫਰੈਂਸ ਜਿਹੜਾ ਹੈਗਾ ਉਹ ਮੂਵ ਕਰਾਉਣ ਦੇ ਕੰਮ ਆਉਂਦਾ ਉਹਨਾਂ ਨੂੰ, ਠੀਕ ਹੈ। ਵਿਚ ਮੀਨਸ ਇਲੈਕਟ੍ਰੋਨਸ ਕੈਨ ਓਨਲੀ ਫਲੋ ਵੈਨ ਦੇਰ ਇਜ਼ ਅ ਡਿਫਰੈਂਸ ਆਫ ਦਾ ਇਲੈਕਟ੍ਰਿਕ ਪੋਟੈਂਸ਼ੀਅਲ। ਇਸ ਤਰ੍ਹਾਂ ਸੇਮ ਜੋ ਹੈ ਉਹ ਚਾਰਜਸ ਦੀ ਗੱਲ ਹੈ। ਜਦੋਂ ਇਲੈਕਟ੍ਰੋਨਸ ਦੇ ਵਿੱਚ ਆਪਾਂ ਡਿਫਰੈਂਸ ਪੈਦਾ ਕਰਾਂਗੇ, ਜੋ ਕਿ ਇੱਕ ਬੈਟਰੀ ਜਾਂ ਸੈੱਲ ਦੇ ਨਾਲ ਪੈਦਾ ਕਰਿਆ ਜਾਂਦਾ ਹੈਗਾ, ਤਾਂ ਹੀ ਉੱਥੇ ਚਾਰਜਸ ਦਾ ਫਲੋ ਬਣਦਾ। ਤਾਂ ਇਲੈਕਟ੍ਰਿਕ ਪੋਟੈਂਸ਼ੀਅਲ ਡਿਫਰੈਂਸ, ਇਟ ਇਜ਼ ਡਿਫਾਈਨਡ ਐਜ਼ ਦਾ ਵਰਕ ਡਨ ਇਨ ਕੈਰਿੰਗ ਅ ਯੂਨਿਟ ਚਾਰਜ ਫਰੋਮ ਵਨ ਪੁਆਇੰਟ ਟੂ ਅਨਦਰ ਇਨ ਐਨ ਇਲੈਕਟ੍ਰਿਕ ਸਰਕਿਟ। ਸੋ ਜਿਹਦੀ ਆਪਾਂ ਡੈਫੀਨੇਸ਼ਨ ਦੇਖੀਏ ਤਾਂ ਇਹ ਆ ਵੀ ਕਿੰਨਾ ਵਰਕ ਲੱਗਿਆ ਇੱਕ ਯੂਨਿਟ ਚਾਰਜ ਨੂੰ ਟਰੈਵਲ ਕਰਾਉਣ ਲਈ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ, ਓਕੇ। ਸੋ V ਇਜ਼ ਇਕੁਅਲ ਟੂ V is the potential difference, which is also called volts, is equal to
W/Q ਕਿੰਨਾ ਵਰਕ ਲੱਗਿਆ ਚਾਰਜ ਨੂੰ ਫਲੋ ਕਰਾਉਣ ਦੇ ਲਈ, ਚਾਰਜ ਇਜ਼ ਇਕਲ ਟੂ Q। ਸੋ SI ਯੂਨਿਟ ਜੋ ਹੈ ਪੋਟੈਂਸ਼ੀਅਲ ਡਿਫਰੈਂਸ ਦਾ ਉਹ ਹੈ ਇਜ਼ ਇਕਲ ਟੂ ਵੋਲਟ which is denoted by V. It is named after Alessandro Volta ਜਿਨ੍ਹਾਂ ਨੇ ਇਹਨੂੰ ਡਿਸਕਵਰ ਕੀਤਾ ਸੀ। ਤਾਂ 1 ਵੋਲਟ ਦੀ ਜੋ ਡੈਫੀਨੇਸ਼ਨ ਹੈ ਉਹ ਤੁਸੀਂ ਕਹਿ ਸਕਦੇ ਹੋ ਵੈਨ 1 joule of work is done in carrying 1 coulomb of charge from one point to another point of a current carrying conductor, then potential difference is said to be V. Okay, 1V. Now ਵੋਲਟਮੀਟਰ ਕੀ ਹੁੰਦਾ? ਵੋਲਟਮੀਟਰ ਜਿਹੜਾ ਹੈ ਉਹ ਇੱਕ ਇੰਸਟਰੂਮੈਂਟ ਆ ਜਾਂ ਇੱਕ ਡਿਵਾਈਸ ਆ ਜੋ ਕਿ ਯੂਜ਼ ਕੀਤਾ ਜਾਂਦਾ ਪੋਟੈਂਸ਼ੀਅਲ ਡਿਫਰੈਂਸ ਨੂੰ ਨਾਪਣ ਦੇ ਲਈ। ਓਕੇ, ਜੋ ਵੋਲਟ ਮੀਟਰ ਹੈ ਉਹਨੂੰ ਡਾਇਗਰਾਮ ਦੇ ਵਿੱਚ 1-2 ਬ੍ਰੈਕਟਸ ਦੇ ਵਿੱਚ ਲੈ ਕੇ ਉਹ ਤੋਂ ਬਾਅਦ ਉਹਦੇ ਆਲੇ ਦੁਆਲੇ 2 ਡੈਸ਼ ਪਾ ਕੇ ਡਿਨੋਟ ਕੀਤਾ ਜਾਂਦਾ। ਹੁਣ ਆਪਾਂ ਸਰਕਟ ਦੀ ਗੱਲ ਕਰਾਂਗੇ। ਸਰਕਟ ਡਾਇਗਰਾਮ ਜੋ ਹੈ ਇਹ ਉਹਦੀਆਂ ਕੁਝ ਡਿਨੋਸ਼ਨਸ ਨੇ ਜੋ ਅਲੱਗ-ਅਲੱਗ ਸਾਈਨ ਨੇ ਜੋ ਕਿ ਉਹਦੇ ਜਿਵੇਂ ਸੈੱਲ ਨੂੰ, ਬੈਟਰੀ ਨੂੰ, ਕੀ ਨੂੰ, ਕਲੋਜ਼ ਕੀ ਨੂੰ ਕਿਵੇਂ ਆਪਾਂ ਰਿਪਰੈਜ਼ੈਂਟ ਕਰਦੇ ਹਾਂ ਉਹਦੇ ਉੱਤੇ। ਓਕੇ, ਨਾਓ ਨੈਕਸਟ ਟੋਪਿਕ ਇਜ਼ ਓਮਜ਼ ਲਾ। ਜੋਰਜ ਸਾਈਮਨ ਓਮ ਸੀਗੇ ਜਿਹੜੇ, ਉਹਨਾਂ ਨੇ ਇੱਕ ਰਿਲੇਸ਼ਨਸ਼ਿਪ ਸੈਟਅਪ ਕੀਤਾ ਕਰੰਟ ਅਤੇ ਪੋਟੈਂਸ਼ੀਅਲ ਡਿਫਰੈਂਸ ਦੇ ਵਿੱਚ। ਤਾਂ ਉਹ ਕੀ ਸੀ? ਹੀ ਅਬਜ਼ਰਵ ਦੈਟ ਪੋਟੈਂਸ਼ੀਅਲ ਡਿਫਰੈਂਸ ਐਂਡ ਕਰੰਟ ਵੈਰਿਡ ਲੀਨੀਅਰਲੀ। ਕਹਿਣ ਤੋਂ ਮਤਲਬ ਇਹ ਹੈ ਉਹਨਾਂ ਦਾ ਵੀ ਉਹ ਕਹਿੰਦੇ ਨੇ ਵੀ ਜੋ ਕਰੰਟ ਆ ਅਤੇ ਜੋ ਵੋਲਟੇਜ ਆ, ਜੋ ਪੋਟੈਂਸ਼ੀਅਲ ਡਿਫਰੈਂਸ ਆ, ਉਹ ਇੱਕ ਦੂਜੇ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਨੇ। ਜਿਵੇਂ ਦੂਜੀ ਭਾਸ਼ਾ 'ਚ ਆਪਾਂ ਕਹਿ ਲਈਏ ਤਾਂ ਜਿੰਨਾ ਜ਼ਿਆਦਾ ਪੋਟੈਂਸ਼ੀਅਲ ਡਿਫਰੈਂਸ ਓਨਾ ਜ਼ਿਆਦਾ ਕਰੰਟ ਫਲੋ ਕਰੂਗਾ, ਜਿੰਨਾ ਘੱਟ ਪੋਟੈਂਸ਼ੀਅਲ ਡਿਫਰੈਂਸ ਓਨਾ ਘੱਟ ਕਰੰਟ ਫਲੋ ਕਰੂਗਾ। ਓਕੇ, ਸੋ ਜੋ ਇਹ ਪ੍ਰਪੋਰਸ਼ਨਲਿਟੀ ਹੈ ਉਹ ਡਾਇਗਰਾਮੈਟਿਕਲੀ ਸ਼ੋਅ ਕੀਤੀ ਹੋਈ ਆਪਾਂ ਗ੍ਰਾਫ ਦੁਆਰਾ, ਜਿਹਦੇ ਵਾਈ ਐਕਸਿਸ 'ਤੇ ਆਪਾਂ V ਨੂੰ ਰੱਖਿਆ ਅਤੇ ਐਕਸ ਐਕਸਿਸ 'ਤੇ ਆਪਾਂ ਕਰੰਟ ਨੂੰ ਰੱਖਿਆ। ਤਾਂ ਵਿੱਚ ਇੱਕ ਲਾਈਨ ਜੋ ਮਾਰੀ ਆਪਾਂ ਨੇ, ਉਹ ਲਾਈਨ ਜੋ ਹੈ ਉਹ ਸ਼ੋਅ ਕਰਦੀ ਆ ਵੀ ਇਹ ਡਾਇਰੈਕਟਲੀ ਪ੍ਰਪੋਰਸ਼ਨਲ ਨੇ। ਦੂਜੇ ਸ਼ਬਦਾਂ ਦੇ ਵਿੱਚ ਇਹ ਇੱਕ ਦੂਜੇ ਦੇ ਵਧਣ ਨਾਲ ਵੱਧਦੇ ਨੇ, ਘਟਣ ਨਾਲ ਘਟਦੇ ਨੇ। ਜਿਹੜੀ ਇਹ ਪ੍ਰਪੋਰਸ਼ਨਲ ਡਾਇਰੈਕਟਲੀ ਪ੍ਰਪੋਰਸ਼ਨਲ ਨੂੰ ਆਪਾਂ ਹਟਾਉਣ ਲਈ ਇਜ਼ ਇਕੁਅਲ ਟੂ ਪਾਇਆ ਤਾਂ ਆਪਾਂ ਉੱਥੇ ਇੱਕ ਕੌਂਸਟੈਂਟ ਰੱਖੀ। ਕੌਂਸਟੈਂਟ ਜਿਹੜੀ ਰੱਖੀ ਉਹ ਹੈਗਾ R. When R is a proportionally constant for the given metal at given temperature and is called resistance. ਸੋ ਇਹ R ਕੀ ਹੁੰਦਾ ਪਹਿਲਾਂ ਆਪਾਂ ਉਹਨੂੰ ਜਾਣ ਲੈਂਦੇ ਹਾਂ। Resistance is the property of a conductor that opposes the flow of current. Resistance ਕਿਸੇ ਕੰਡਕਟਰ ਦੀ ਉਹ ਪ੍ਰੋਪਰਟੀ ਆ ਜੋ ਕਿ ਕਰੰਟ ਫਲੋ ਹੋਣ ਤੋਂ ਰੋਕਦੀ ਆ। ਇਟ ਇਜ਼ ਰਿਪਰੈਜ਼ੈਂਟਡ ਬਾਏ R ਐਂਡ ਇਹਦਾ ਸਿੰਬਲ ਜੋ ਹੈ ਉਹ ਓਮ ਆ। ਸੋ SI ਯੂਨਿਟ ਇਜ਼ ਓਮ। ਤਾਂ ਓਮ ਕੀ ਆ? ਦ ਰੈਸਿਸਟੈਂਸ ਆਫ ਕੰਡਕਟਰ ਇਜ਼ ਸੈਡ ਟੂ ਬੀ 1 ohm when potential difference across the conductor is 1V and current flowing through it is 1A. ਸੋ ਇਹ V ਫਾਰਮੂਲਾ ਬਣਦਾ ਤੁਹਾਡਾ V is equal to IR। ਜੇ ਤੁਸੀਂ R ਕੱਢਣਾ ਚਾਹੋ ਤਾਂ ਕੱਢ ਸਕਦੇ ਹੋ, ਜਿਹੜਾ I ਹੈ ਉੱਧਰ ਜਾ ਕੇ ਡਿਵਾਈਡ ਹੋ ਜਾਏਗਾ ਅਤੇ R is equal to V/I। ਨੈਕਸਟ ਆ ਜੀ ਰਿਓਸਟੈਟ। ਹੁਣ ਰਿਓਸਟੈਟ ਕੀ ਹੁੰਦਾ? ਇਹ ਇੱਕ ਤਰ੍ਹਾਂ ਦਾ ਡਿਵਾਈਸ ਹੈ ਵੀ to increase or decrease the current accordingly in the circuit. A component used is called a rheostat that regulates the current without changing potential difference, जो कि potential difference ਦੇ ਵਿੱਚ
ਚੇਂਜ ਕਰਨ ਤੋਂ ਬਿਨਾ ਕਰੰਟ ਦਾ ਫਲੋ ਡਿਕਰੀਜ਼ ਜਾਂ ਇਨਕਰੀਜ਼ ਕਰ ਸਕਦਾ। ਇਹਦਾ ਸਿੰਬਲ ਜੋ ਆ ਉਹ ਇਸ ਤਰ੍ਹਾਂ ਹੈ। ਇਫ ਅ ਕੰਡਕਟਰ ਹੈਜ਼ ਲੈਸ ਰੈਸਿਸਟੈਂਸ ਦੈਨ ਮੋਰ ਕਰੰਟ ਵਿਲ ਫਲੋ ਥਰੂ ਇਟ। ਜੇ ਕਿਸੇ ਕੰਡਕਟਰ ਦਾ ਰੈਸਿਸਟੈਂਸ ਘੱਟ ਆ ਤਾਂ ਉਹਦੇ ਵਿੱਚ ਕਰੰਟ ਜ਼ਿਆਦਾ ਫਲੋ ਕਰੇਗਾ। ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਵੀ ਜੋ ਕਿਹੜੇ ਫੈਕਟਰ ਨੇ ਜਿਹੜੇ ਤੈਅ ਕਰਦੇ ਨੇ ਕਿਸੇ ਕੰਡਕਟਰ ਦਾ ਰੈਸਿਸਟੈਂਸ। ਦੇਖੋ, ਜਿੰਨੀ ਜ਼ਿਆਦਾ ਕਿਸੇ ਤਾਰ ਦੀ ਲੈਂਥ ਉਨਾ ਜ਼ਿਆਦਾ ਉਹਦੇ ਵਿੱਚ ਰੈਸਿਸਟੈਂਸ। ਦੂਸਰੀ ਗੱਲ, ਜਿੰਨਾ ਜ਼ਿਆਦਾ ਉਹਦਾ ਕ੍ਰੋਸ ਸੈਕਸ਼ਨਲ ਏਰੀਆ ਓਨਾ ਘੱਟ ਉਹਦੇ ਵਿੱਚ ਕਰੰਟ ਫਲੋ ਹੋਏਗਾ, ਰੈਸਿਸਟੈਂਸ ਹੋਏਗਾ। ਉਹ ਤੋਂ ਬਾਅਦ ਥਰਡ ਹੈ ਔਨ ਦਾ ਨੇਚਰ ਆਫ ਮਟੀਰੀਅਲ। ਕਿਹੜੇ ਨੇਚਰ ਤੋਂ ਬਣਿਆ, ਮਤਲਬ ਕਿਹੜੇ ਮਟੀਰੀਅਲ ਤੋਂ ਬਣਿਆ ਹੋਇਆ ਜਿਹੜਾ ਉਹ ਪ੍ਰੋਡਕਟ, ਜਿਹੜਾ ਡਿਵਾਈਸ ਹੈ ਜਿਹਦੀ ਆਪਾਂ ਗੱਲ ਕਰ ਰਹੇ ਹਾਂ। ਠੀਕ ਹੈ, ਜਿਵੇਂ ਆਪਾਂ ਸਿਲਵਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਨਰਲੀ ਘੱਟ ਰੈਸਿਸਟੈਂਸ ਹੁੰਦਾ, ਕਰੰਟ ਜ਼ਿਆਦਾ ਫਲੋ ਕਰੂਗਾ। ਜਿਹਦੇ ਵਿੱਚ ਜ਼ਿਆਦਾ ਰੈਸਿਸਟੈਂਸ ਹੋਊਗਾ ਉਹ 'ਚ ਕਰੰਟ ਘੱਟ ਫਲੋ ਕਰੂਗਾ। ਸੋ ਉੱਪਰੋਂ ਆਪਾਂ ਦੇਖਿਆ ਜਿਹੜਾ ਆਰ ਆ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਆ ਐਲ ਦੇ ਅਤੇ ਇਨਵਰਸਲੀ ਪ੍ਰਪੋਰਸ਼ਨਲ ਆ ਏ ਦੇ। ਸੋ ਆਰ ਇਜ਼ ਡਾਇਰੈਕਟਲੀ ਪ੍ਰਪੋਰਸ਼ਨ ਟੂ ਐਲ ਓਵਰ ਏ। ਅਤੇ ਜੇ ਇਹਦਾ ਪ੍ਰਪੋਰਸ਼ਨਲ ਸਾਈਨ ਆਪਾਂ ਖ਼ਤਮ ਕਰਨਾ ਆ ਤਾਂ ਇਕੁਅਲ ਪਾ ਕੇ ਇਹਦੇ ਨਾਲ ਸਾਈਨ ਆ ਜਾਏਗਾ ਰੋ ਦਾ, RHO ਰੋ। ਸੋ ਰੋ ਇਜ਼ ਅ ਪ੍ਰਪੋਰਸ਼ਨੈਲਿਟੀ constant known as resistivity of the material of the conductor. The resistance offered by a wire of unit length and unit cross sectional area is called the resistivity. ਮਤਲਬ ਜਿੰਨਾ ਰੈਸਿਸਟੈਂਸ ਅਸਲ ਦੇ ਵਿੱਚ ਰੈਸਿਸਟੈਂਸ ਦੀ ਜੋ ਪ੍ਰੋਪਰਟੀ ਹੈ ਜੋ ਕਿ ਵਾਇਰ ਵਿੱਚ ਆ, ਜੋ ਕਿੰਨਾ ਰੈਸਿਸਟੈਂਸ ਉਹ ਦੇਵੇਗੀ, ਉਹ ਚੀਜ਼ ਜੋ ਉਹਦੀ ਪ੍ਰੋਪਰਟੀ ਆ ਉਹਨੂੰ ਰੈਸਿਸਟਿਵਿਟੀ ਕਿਹਾ ਜਾਂਦਾ। ਇਹਦਾ SI ਯੂਨਿਟ ਜਿਹੜਾ ਹੈਗਾ ਉਹ ਓਮ ਮੀਟਰ ਆ ਅਤੇ ਜਿਹਦਾ ਫਾਰਮੂਲਾ ਬਣਦਾ ਉਹ ਬਣਦਾ R into A over L। ਓਕੇ, ਫॉर ਮਟੀਰੀਅਲ of irrespective length and area the resistivity is constant। ਤਾਂ ਰੈਸਿਸਟਿਵਿਟੀ ਜਿਹੜੀ ਆ ਉਹ ਕੌਂਸਟੈਂਟ ਰਹੇਗੀ ਇਰਰਿਸਪੈਕਟਿਵ ਆਫ ਇਟਸ ਲੈਂਥ ਐਂਡ ਏਰੀਆ। ਮਟੀਰੀਅਲ ਦੀ ਆਪਾਂ ਨੂੰ ਲੈਂਥ ਜਾਂ ਏਰੀਏ ਦੇ ਵਿੱਚ ਕੁਛ ਮਰਜ਼ੀ ਚੇਂਜ ਕਰ ਲਓ, ਪਰ ਜੋ ਰੈਸਿਸਟਿਵਿਟੀ ਆ ਉਸ ਦੀ ਉਹ ਕੌਂਸਟੈਂਟ ਰਹੇਗੀ। ਉਹ ਤੋਂ ਬਾਅਦ ਰੈਸਿਸਟਿਵਿਟੀ ਆਫ ਅ ਮਟੀਰੀਅਲ ਵੈਰੀਜ਼ ਵਿਦ ਟੈਂਪਰੇਚਰ। ਤਾਂ ਰੈਸਿਸਟਿਵਿਟੀ ਕਿਹਦੇ ਉੱਪਰ ਡਿਪੈਂਡ ਕਰਦੀ ਹੈ? ਰੈਸਿਸਟਿਵਿਟੀ ਮੈਟਰ ਕਰਦੀ ਆ ਜੇ ਟੈਂਪਰੇਚਰ ਜ਼ਿਆਦਾ ਆ ਜਾਂ ਘੱਟ ਆ। ਰੈਸਿਸਟਿਵਿਟੀ ਇਜ਼ ਦ ਮੇਜਰ ਆਫ ਰੈਸਿਸਟੈਂਸ ਆਫ ਅ ਮਟੀਰੀਅਲ। ਕਿਸੇ ਮਟੀਰੀਅਲ ਦੇ ਵਿੱਚ ਕਿੰਨਾ ਰੈਸਿਸਟੈਂਸ ਆ, ਰੈਸਿਸਟਿਵਿਟੀ ਉਸ ਨੂੰ ਮੇਜਰ ਕਰਦੀ ਆ। ਇਨ ਅਦਰ ਵਰਡਸ, ਅਪ ਟੂ ਵਟ ਐਕਸਟੈਂਟ ਵਿਲ ਦਾ ਮਟੀਰੀਅਲ ਰੈਸਿਸਟ ਕਰੰਟ ਫਲੋ। ਦੂਜੇ ਸ਼ਬਦਾਂ ਦੇ ਵਿੱਚ ਇਹ ਮਟੀਰੀਅਲ ਕਿੰਨਾ ਰੈਸਿਸਟ ਕਰਦਾ ਆ ਕਰੰਟ ਫਲੋ ਨੂੰ, ਉਹ ਉਸ ਦੀ ਰੈਸਿਸਟਿਵਿਟੀ ਅਖਵਾਉਂਦੀ ਹੈ। ਰੈਸਿਸਟਿਵਿਟੀ ਆਫ ਐਨ ਅਲੋਏ, ਜਿਹੜਾ ਕਿ ਹੋਮੋਜੀਨੀਅਸ ਮਿਕਸਚਰ ਹੁੰਦਾ ਮੈਟਲ ਦਾ, ਜਨਰਲੀ ਹਾਇਰ ਹੁੰਦੀ ਆ ਉਹਦੇ ਕੌਂਸਟੀਟਿਊਐਂਟ ਮੈਟਲ ਤੋਂ। ਸਪੋਜ਼ ਜਿਵੇਂ ਆਪਾਂ ਗੱਲ ਕਰੀਏ ਕਾਪਰ ਅਤੇ ਨਿਕਲ ਦੀ ਅਲੋਏ, ਤਾਂ ਕਾਪਰ ਦੇ ਵਿੱਚ ਜਿੰਨਾ ਰੈਸਿਸਟੈਂਸ ਆ, ਨਿਕਲ ਦੇ ਵਿੱਚ ਜਿੰਨਾ ਰੈਸਿਸਟੈਂਸ ਆ, ਉਹਨਾਂ ਦੀ ਜਿਹੜੀ ਉਹਨਾਂ ਦੇ ਇੰਡੀਵਿਜੂਅਲੀ ਆਪਣੇ ਆਪ ਦੇ ਵਿੱਚ ਰੈਸਿਸਟਿਵਿਟੀ ਜਿਹੜੀ ਉਹਨਾਂ ਦੀ ਹੈਗੀ ਆ, ਉਹ ਤੋਂ ਜਦੋਂ ਇਹਨਾਂ ਦਾ ਮਿਕਸਅਪ ਕਰਕੇ ਇਹਨਾਂ ਨੂੰ ਅਲੋਏ ਬਣਾਇਆ ਜਾਊਗਾ ਤਾਂ ਉਹਦੇ ਵਿੱਚ ਰੈਸਿਸਟਿਵਿਟੀ ਜ਼ਿਆਦਾ ਹੋਊਗੀ। ਤਾਂ ਅਲੋਇਜ਼ ਹੈਵ ਹਾਈ ਰੈਸਿਸਟਿਵਿਟੀ and do not oxidize or burn readily at the high temperature। ਤਾਂ ਇਸ ਦਾ ਮੇਨ ਕਾਰਨ ਵੀ ਇਹ ਨਾ ਹੀ ਇਹ ਜਲਦੀਆਂ ਨੇ ਜ਼ਿਆਦਾ ਟੈਂਪਰੇਚਰ 'ਤੇ। ਤਾਂ ਅਲੋਇਜ਼ ਨੂੰ ਆਪਾਂ ਵਰਤਦੇ ਹਾਂ ਇਲੈਕਟ੍ਰੀਕਲ ਹੀਟਿੰਗ ਅਪਲਾਇੰਸਿਸ ਦੇ ਵਿੱਚ, ਕਿਉਂਕਿ ਇਹਨਾਂ ਦੀ ਰੈਸਿਸਟਿਵਿਟੀ ਹਾਈ ਹੁੰਦੀ ਹੈ। ਇਲੈਕਟ੍ਰਿਕ ਆਇਰਨ ਦੇ ਵਿੱਚ ਵਰਤਦੇ ਹਾਂ, ਹੀਟਰ ਦੇ ਵਿੱਚ ਵਰਤਦੇ ਹਾਂ, ਟੋਸਟਰਸ ਦੇ ਵਿੱਚ ਵਰਤਦੇ ਹਾਂ,
ਸਿਮਿਲਰਲੀ ਟੰਗਸਟਨ ਜਿਹੜੀ ਹੈਗੀ ਆ ਫਿਲਾਮੈਂਟ ਇਲੈਕਟ੍ਰਿਕ ਬਲਬ ਦੇ ਵਿੱਚ ਵਰਤੀ ਜਾਂਦੀ ਹੈ। ਤਾਂ ਰਸਿਸਟੈਂਸ ਆਫ ਸਿਸਟਮ ਆਫ ਰਸਿਸਟਰ, ਨੈਕਸਟ ਟੋਪਿਕ ਆ ਗਿਆ ਆਪਣਾ। ਤਾਂ ਰਸਿਸਟੈਂਸ ਦੇ ਸਿਸਟਮ ਕੀ ਨੇ? ਰਸਿਸਟੈਂਸ ਸੀਰੀਜ਼ 'ਚ ਹੋ ਸਕਦਾ ਜਾਂ ਪੈਰਲਲ 'ਚ ਹੋ ਸਕਦਾ। ਜਿਹੜੀ ਉੱਪਰ ਫਿਗਰ ਤੁਹਾਨੂੰ ਦਿਖਾਈ ਹੋਈ ਆ ਉਹ ਇੱਕ ਲਾਈਨ ਦੇ ਵਿੱਚ ਆ ਜੋ ਕਿ ਅਲੱਗ-ਅਲੱਗ ਰਸਿਸਟੈਂਸ ਨੂੰ ਸ਼ੋ ਕਰ ਰਹੀ ਹੈ, R1 R2 ਐਂਡ R3। ਇਹ ਜੋ ਜ਼ਿਗਜ਼ੈਗ ਲਾਈਨਸ ਹੈਗੀਆਂ ਨੇ ਇਹ ਰਸਿਸਟੈਂਸ ਨੂੰ ਸ਼ੋ ਕਰਦੀਆਂ ਨੇ, ਅਤੇ ਜਦੋਂ ਇਹ ਲਾਈਨ 'ਚ ਹੋਣਗੀਆਂ, ਲੀਨੀਅਰ ਹੋਣਗੀਆਂ, ਦੈਨ ਦ ਰਸਿਸਟੈਂਸ ਇਜ਼ ਸੈਡ ਟੂ ਬੀ ਇਨ ਸੀਰੀਜ਼। ਓਕੇ, ਤਾਂ ਜੇ ਆਪਾਂ ਰਸਿਸਟੈਂਸ ਕੱਢਣਾ ਆ ਸੀਰੀਜ਼ ਦੇ ਵਿੱਚ ਤਾਂ ਜਸਟ ਇਹਨਾਂ ਨੂੰ ਐਡ ਔਨ ਕਰ ਦਿਓ, R1 + R2 + R3, ਤਾਂ ਆਪਣਾ ਟੋਟਲ ਰਸਿਸਟੈਂਸ ਨਿਕਲ ਆਏਗਾ। ਦੈਨ ਨੈਕਸਟ ਆਪਾਂ ਗੱਲ ਕਰਦੇ ਹਾਂ ਰਸਿਸਟੈਂਸ ਇਨ ਪੈਰਲਲ। ਪੈਰਲਲ ਦੇ ਵਿੱਚ ਕੀ ਹੁੰਦਾ? ਜਦੋਂ ਆਪਾਂ ਜਿਵੇਂ ਆਪਾਂ ਪੈਰਲਲ ਲਾਈਨ ਹੁੰਦੀਆਂ ਨੇ ਉਹਨਾਂ ਨੂੰ ਪੈਰਲਲ ਹੀ ਆਪਾਂ ਸ਼ੋ ਕਰਦੇ ਹਾਂ। ਓਕੇ, ਜਿਵੇਂ R1 R2 R3 ਨੂੰ ਇਹਨਾਂ ਨੇ ਸ਼ੋ ਕੀਤਾ ਹੋਇਆ ਹੈ ਪੈਰਲਲੀ, ਤਾਂ ਇਹ ਰਸਿਸਟੈਂਸ ਇਨ ਪੈਰਲਲ ਆ। ਅਤੇ ਜੇ ਆਪਾਂ ਇਹਦੇ ਵਿੱਚ ਟੋਟਲ ਰਸਿਸਟੈਂਸ ਕੱਢਣਾ ਹੋਵੇ ਤਾਂ ਉਹ 1/R1 + 1/R2 + 1/R3 ਹੋਏਗਾ। ਓਕੇ, ਤਾਂ ਹੁਣ ਆਪਾਂ ਗੱਲ ਕਰਾਂਗੇ ਡਿਸਐਡਵਾਂਟੇਜ ਆਫ ਸੀਰੀਜ਼ ਕਨੈਕਸ਼ਨ ਇਨ ਇਲੈਕਟ੍ਰਿਕ ਸਰਕਿਟ। ਇਲੈਕਟ੍ਰਿਕ ਸਰਕਿਟ ਦੇ ਵਿੱਚ ਜਦੋਂ ਆਪਾਂ ਰਸਿਸਟੈਂਸ ਜਾਂ ਉਹਨਾਂ ਨੂੰ ਰਸਿਸਟਰਸ ਨੂੰ ਸੀਰੀਜ਼ ਦੇ ਵਿੱਚ ਕਨੈਕਟ ਕਰਾਉਂਦੇ ਆ ਤਾਂ ਉਹਦੇ ਡਿਸਐਡਵਾਂਟੇਜ ਕੀ ਨੇ? ਪਹਿਲੀ ਗੱਲ ਆ, ਇਨ ਸੀਰੀਜ਼ ਕਨੈਕਸ਼ਨ ਇਫ ਐਨੀ ਕੰਪੋਨੈਂਟ ਫੇਲ ਟੂ ਵਰਕ ਦ ਸਰਕਿਟ ਵਿਲ ਬ੍ਰੇਕ। ਜਿਵੇਂ ਆਪਾਂ ਦੇਖੀਆਂ ਹੋਣਗੀਆਂ ਉਹਦੇ ਵਿੱਚ ਆਪਾਂ ਲੜੀਆਂ ਲਾਉਂਦੇ ਹਾਂ ਆਪਾਂ ਦੀਵਾਲੀ ਨੂੰ, ਤਾਂ ਉਹ ਲੜੀਆਂ ਦੇ ਵਿੱਚ ਲੱਗਣ ਵਾਲੀਆਂ ਜਿਹੜੀਆਂ ਵੀ ਲਾਈਟਾਂ ਹੁੰਦੀਆਂ ਨੇ ਉਹ ਸੀਰੀਜ਼ ਦੇ ਵਿੱਚ ਕਨੈਕਟ ਹੋਈਆਂ ਹੁੰਦੀਆਂ ਨੇ। ਜੇ ਉਹਨਾਂ ਵਿੱਚ ਕੋਈ ਇੱਕ ਵੀ ਲਾਈਟ ਜਿਹੜੀ ਹੈਗੀ ਆ ਉਹ ਖਰਾਬ ਹੋ ਜੇ ਦੈਨ ਦਾ ਸਾਰਾ ਸਰਕਿਟ ਟੁੱਟ ਜਾਂਦਾ, ਬ੍ਰੇਕ ਹੋ ਜਾਂਦਾ ਐਂਡ ਉਹ ਵਰਕ ਨਹੀਂ ਕਰੇਗਾ। ਓਕੇ, ਸਿਮਿਲਰਲੀ it is not possible to connect a bulb and a heater in series because they need different value of current to operate properly। ਹੁਣ ਆਪਾਂ ਸੀਰੀਜ਼ ਦੇ ਵਿੱਚ ਬਲਬ ਅਤੇ ਹੀਟਰ ਨੂੰ ਕਨੈਕਟ ਨਹੀਂ ਕਰ ਸਕਦੇ ਕਿਉਂਕਿ ਬਲਬ ਨੂੰ ਅਲੱਗ ਕਰੰਟ ਚਾਹੀਦਾ ਆ ਅਤੇ ਹੀਟਰ ਨੂੰ ਅਲੱਗ ਚਾਹੀਦਾ। ਹੈਂਸ ਟੂ ਓਵਰਕਮ ਦਿਸ ਪ੍ਰੋਬਲਮ ਵੀ ਜਨਰਲੀ ਯੂਜ਼ ਪੈਰਲਲ ਸਰਕਿਟ। ਓਕੇ, ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਨੈਕਸਟ ਟੋਪਿਕ ਦੀ, ਜਿਹਦਾ ਨਾਮ ਹੈ ਹੀਟਿੰਗ ਇਫੈਕਟ ਆਫ ਇਲੈਕਟ੍ਰਿਕ ਕਰੰਟ। ਦੇਖੋ, ਹੀਟਿੰਗ ਇਫੈਕਟ ਆਫ ਇਲੈਕਟ੍ਰਿਕ ਕਰੰਟ ਤੁਸੀਂ ਬੜੀਆਂ ਐਗਜ਼ਾਮਪਲਸ ਦੇਖੀਆਂ ਹੋਣਗੀਆਂ, ਜਿਵੇਂ ਆਪਣੇ ਘਰ ਅੰਦਰ ਦੇ ਇਲੈਕਟ੍ਰਿਕ ਆਇਰਨ ਹੁੰਦੀ ਆ, ਟੋਸਟਰ ਹੁੰਦਾ ਆ, ਦੈਨ ਮਾਈਕਰੋਵੇਵ ਹੁੰਦੀ ਆ, ਠੀਕ ਹੈ, ਅਤੇ ਹੋਰ ਵੀ ਕਈ ਅਪਲਾਇੰਸਿਸ ਜੋ ਕਿ ਹੀਟ ਕਰਕੇ ਜਦੋਂ ਉਹਨਾਂ ਵਿੱਚ ਇਲੈਕਟ੍ਰੀਸਿਟੀ ਜਾਂਦੀ ਆ ਤਾਂ ਇਲੈਕਟ੍ਰਿਕ ਕਰੰਟ ਜਾਂਦਾ ਹੈ ਤਾਂ ਉਹ ਹੀਟ ਹੁੰਦੇ ਨੇ। ਓਕੇ, ਫਿਰ ਉਹਨਾਂ ਦੇ ਜਿਹੜੇ ਹੀਟਿੰਗ ਇਫੈਕਟ ਨੇ ਉਹ ਕਿਵੇਂ ਆਪਾਂ ਨੂੰ ਉਹਨਾਂ ਦੇ ਯੂਜ਼ਸ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ। ਠੀਕ ਹੈ, ਇੱਕ ਗੱਲ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਬਲਬ ਦੀ। ਦੇਖੋ, ਜੋ ਬਲਬ ਹੁੰਦਾ, ਬਲਬ ਦੇ ਵਿੱਚ ਕੀ ਹੁੰਦਾ, ਐਜ਼ ਯੂ ਆਲ ਨੋ, ਉਹਦੇ ਵਿੱਚ ਟੰਗਸਟਨ ਮੈਟਲ ਟੰਗਸਟਨ ਹੁੰਦੀ ਹੈ ਜੋ ਕਿ ਇੱਕ ਅਲੋਏ ਆ। ਓਕੇ, ਹੁਣ ਟੰਗਸਟਨ ਹੀ ਕਿਉਂ ਯੂਜ਼ ਕੀਤੀ ਉਹਦੇ ਵਿੱਚ? ਕਿਉਂਕਿ ਜੋ ਟੰਗਸਟਨ ਹੁੰਦੀ ਆ ਉਹਦਾ ਜੋ ਮੈਲਟਿੰਗ ਪੁਆਇੰਟ ਹੁੰਦਾ ਉਹ ਬਹੁਤ ਜ਼ਿਆਦਾ ਹਾਈ ਹੁੰਦਾ। ਠੀਕ ਹੈ, ਤਾਂ ਹਾਈ ਮੈਲਟਿੰਗ ਪੁਆਇੰਟ ਹੁੰਦਾ ਅਤੇ ਜਦੋਂ ਉਹਦੇ ਵਿੱਚ ਜ਼ਿਆਦਾ ਆਪਾਂ ਜਦੋਂ ਕਰੰਟ ਜਾਈ ਜਾਂਦਾ ਤਾਂ ਉਹ ਇੱਕੋ ਦਮ ਜਦੋਂ ਜ਼ਿਆਦਾ ਹੀਟ ਕਰਦੀ ਆ ਤਾਂ ਹੀਟ ਕਰਨ ਦੇ ਨਾਲ ਉਹ ਇੱਕ ਇਸ ਤਰ੍ਹਾਂ ਦਾ ਅਲੋਏ ਆ ਵੀ ਉਹ ਹੀਟ ਕਰਨ ਦੇ ਨਾਲ ਉਹ ਗਲੋ ਕਰਦਾ। ਦੈਟਸ ਵਾਈ ਆਪਾਂ ਉਹਨੂੰ ਲਿਆ ਹੋਇਆ। ਇੱਕ ਹੋਰ ਚੀਜ਼ ਵੀ ਆ, ਇੱਕ ਹੋਰ ਚੀਜ਼ ਤੁਹਾਨੂੰ ਜਾਣ ਕੇ ਉਹ ਹੋਏਗੀ ਕਿ ਉਹਦੇ ਵਿੱਚ ਬਲਬ ਨੂੰ ਐਨਕਲੋਜ਼ ਕੀਤਾ ਹੋਇਆ, ਮਤਲਬ ਜਿਵੇਂ ਆਪਾਂ ਕਹਿ ਦਈਏ ਇੱਕ ਗਲਾਸ ਟਾਈਪ ਉਹਦੇ ਉੱਪਰ ਬਣਿਆ ਹੋਇਆ ਹੈ ਨਾ, ਤਾਂ ਉਹਦੇ ਵਿੱਚ ਕੀ ਹੁੰਦਾ, ਉਹਦੇ ਵਿੱਚ ਜਿਹੜੀਆਂ ਗੈਸਿਸ ਹੁੰਦੀਆਂ ਨੇ ਉਹ ਸਰਟਨ ਇਨਐਕਟਿਵ ਗੈਸਿਸ ਹੁੰਦੀਆਂ ਨੇ। ਉਹਦਾ ਰੀਜ਼ਨ ਕੀ ਆ? ਜਿਵੇਂ ਸਪੋਜ਼ ਕਰੋ ਵੀ ਜੇ ਉਹਦੇ ਵਿੱਚ ਆਕਸੀਜਨ ਵਗੈਰਾ ਚਲੀ ਜਾਵੇ, ਜਿਵੇਂ ਆਕਸੀਜਨ ਹੋਵੇ ਤਾਂ ਆਕਸੀਜਨ ਜਦੋਂ ਟੰਗਸਟਨ ਦੇ ਨਾਲ ਜ਼ਿਆਦਾ ਹੀਟ ਕਰ ਰਿਹਾ ਹੋਊਗਾ, ਟੰਗਸਟਨ ਤਾਂ ਟੰਗਸਟਨ ਨਾਲ ਕੀ ਕਰ ਸਕਦੀ ਹੈ, ਰਿਐਕਟ ਕਰ ਸਕਦੀ ਹੈ। ਦੈਟਸ ਵਾਈ ਉੱਥੇ ਕੀ ਹੋ ਜਾਊਗਾ, ਕੋਈ ਹੋਰ ਕੰਪਾਊਂਡ ਬਣ ਜਾਊਗਾ। ਦੈਟਸ ਵਾਈ ਉਹਨੂੰ ਆਪਾਂ ਯੂਜ਼ ਨਹੀਂ ਕਰਦੇ ਹੈ ਆਕਸੀਜਨ ਨੂੰ, ਤਾਂ ਉੱਥੇ ਜਿਵੇਂ ਨਾਈਟ੍ਰੋਜਨ ਜਾਂ ਆਰਗਨ ਟਾਈਪ ਦੀਆਂ ਜਿਹੜੀਆਂ ਗੈਸਿਸ ਨੇ, ਇਨਐਕਟਿਵ ਗੈਸਿਸ ਨੇ, ਉਹਨਾਂ ਨੂੰ ਅੰਦਰ ਰੱਖਿਆ ਹੁੰਦਾ ਉਹਦੇ। ਓਕੇ, ਐਵੇਂ ਆਪਾਂ ਗੱਲ ਕਰਦੇ ਹਾਂ ਆਪਣਾ ਜੋ ਹੀਟਰ ਹੁੰਦਾ ਹੈ ਨਾ,
ਹੀਟਰ ਦੇ ਵਿੱਚ ਵੀ ਤੁਸੀਂ ਦੇਖੋਗੇ ਤਾਂ ਜਦੋਂ ਇਲੈਕਟ੍ਰਿਕ ਕਰੰਟ ਮੂਵ ਕਰਦਾ ਹੈ, ਇਲੈਕਟ੍ਰੋਨਸ ਮੂਵ ਕਰਦੇ ਰਹਿੰਦੇ ਨੇ, ਉਹਦੇ ਵਿੱਚ ਚਾਰजेस ਮੂਵ ਕਰਦੇ ਰਹਿੰਦੇ ਨੇ, ਤਾਂ ਉਹ ਸਡਨਲੀ ਉਹ ਕੀ ਹੋ ਜਾਂਦਾ, ਗਰਮ ਹੋ ਜਾਂਦਾ ਪੂਰਾ, ਹੈ ਨਾ, ਗਰਮ ਹੋ ਜਾਂਦਾ ਅਤੇ ਉਹ ਗਲੋ ਕਰਨ ਲੱਗ ਜਾਂਦਾ ਉਹਦੇ ਨਾਲ। ਓਕੇ, ਤਾਂ ਆਪਾਂ ਹੁਣ ਦੇਖਦੇ ਹਾਂ ਵੀ ਇਹ ਕਿਵੇਂ ਹੁੰਦਾ। ਦੇਖੋ ਬੈਟਰੀ ਜਿਵੇਂ ਸੋਰਸ ਆਫ ਇਲੈਕਟ੍ਰੀਕਲ ਐਨਰਜੀ ਹੁੰਦੀ ਆ, ਆਪਾਂ ਨੂੰ ਪਤਾ ਹੀ ਆ। ਹੁਣ ਜਿਵੇਂ ਬੈਟਰੀ ਔਰ ਸੈੱਲ ਕੈਮੀਕਲ ਰਿਐਕਸ਼ਨ ਇਨ ਇਟ ਵਿਲ ਪ੍ਰੋਡਿਊਸ ਪੋਟੈਂਸ਼ੀਅਲ ਡਿਫਰੈਂਸ ਐਜ਼ ਇਟਸ ਟੂ ਟਰਮੀਨਲਸ। ਉਹਦੇ ਦੋ ਟਰਮੀਨਲ ਹੁੰਦੇ ਨੇ, ਇੱਕ ਨੈਗੇਟਿਵ ਹੁੰਦਾ, ਇੱਕ ਪੋਜ਼ੀਟਿਵ ਹੁੰਦਾ। ਆਪਾਂ ਨੂੰ ਪਤਾ ਆ ਵੀ ਜਿੱਥੇ ਘਾਟ ਹੁੰਦੀ ਆ ਉਹ ਤੋਂ ਬਾਅਦ ਜਿੱਥੇ ਹੁੰਦੀ ਆ ਉੱਧਰ ਨੂੰ ਕੀ ਹੁੰਦਾ, ਫਲੋ ਹੁੰਦਾ ਚਾਰजेस ਦਾ, ਨੈਗੇਟਿਵ ਟੂ ਪੋਜ਼ੀਟਿਵ। ਤਾਂ ਹੁਣ ਇਹਦੇ ਦੋ ਟਰਮੀਨਲ ਹੁੰਦੇ ਨੇ, ਨੈਗੇਟਿਵ ਟੂ ਪੋਜ਼ੀਟਿਵ, ਤੋਂ ਚਾਰजेस ਕੀ ਕਰ ਰਹੇ ਨੇ, ਫਲੋ ਕਰ ਰਹੇ ਨੇ ਰੈਗੂਲਰਲੀ। ਇਲੈਕਟ੍ਰੋਨਸ ਵਿਲ ਕਮ ਇਨ ਮੋਸ਼ਨ ਟੂ ਫਲੋ ਕਰੰਟ ਥਰੂ ਰਸਿਸਟਰ, ਹੈ ਨਾ। ਫਿਰ ਰਸਿਸਟਰ ਜਿਹੜਾ ਹੋਊਗਾ ਇਹਦੇ ਵਿੱਚ ਇਹਦੇ ਨਾਲ ਜੋ ਅਟੈਚ ਕੀਤਾ ਹੋਇਆ ਆਪਾਂ, ਉਹਦੇ ਵਿੱਚ ਕੀ ਹੋਊਗਾ, ਸਿਮਿਲਰਲੀ ਉਵੇਂ ਫਲੋ ਬਣੂਗਾ ਚਾਰजेस ਦਾ। ਟੂ ਮੇਨਟੇਨ ਦਿਸ ਕਰੰਟ ਦ ਸੋਰਸਿਸ ਹੈਜ਼ ਟੂ ਕੀਪ ਐਕਸਪੈਂਡਿੰਗ ਇਟਸ ਐਨਰਜੀ। ਫਿਰ ਉਹਦੇ ਨਾਲ ਕੀ ਹੁੰਦਾ, ਐਨਰਜੀ ਐਕਸਪੈਂਡ ਕਰਦੇ ਰਹਿੰਦੇ ਨੇ, ਹੈ ਨਾ, ਆਪਣੀ ਉਹ। ਓਕੇ, ਐਨਰਜੀ ਐਕਸਪੈਂਡ ਕਰਦਾ ਰਹਿੰਦਾ, ਮਤਲਬ ਜਿਵੇਂ ਕਰੰਟ ਹੁੰਦਾ ਆਪਣਾ। ਤਾਂ ਪਾਰਟ ਆਫ ਦਿਸ ਐਨਰਜੀ ਇਜ਼ ਕੰਜ਼ਿਊਮਡ ਇਨ ਯੂਜ਼ਫੁਲ ਵਰਕ ਲਾਈਕ ਰੋਟੇਟਿੰਗ ਆਫ ਫੈਨ। ਜਿਵੇਂ ਹੁਣ ਐਨਰਜੀ ਜਿਹੜੀ ਹੈਗੀ ਆ ਅੱਧੀ ਤਾਂ ਕੀ ਹੋ ਜੂਗੀ, ਜਿਵੇਂ ਆਪਾਂ ਫੈਨ ਦੀ ਗੱਲ ਕਰ ਲਈਏ ਤਾਂ ਫੈਨ ਨੂੰ ਘੁਮਾਉਣ ਦੇ ਵਿੱਚ ਕੰਮ ਆਊਗੀ ਇੱਕ ਤਾਂ, ਠੀਕ ਹੈ। ਫਿਰ ਜਿਹੜੀ ਐਕਸਟਰਾ ਐਨਰਜੀ ਬਚੂਗੀ ਉਹ ਕੀ ਹੋਊਗੀ, ਉਹ ਕਨਵਰਟਡ ਇਨਟੂ ਹੀਟ ਦੈਟ ਰੇਜ਼ਸ ਦਾ ਟੈਂਪਰੇਚਰ ਦਾ ਗੈਜਟ। ਫਿਰ ਉਹ ਗੈਜਟ ਜੋ ਹੈ ਉਹ ਗਰਮ ਹੋ ਜਾਊਗਾ। ਓਕੇ, ਦਿਸ ਇਜ਼ ਨੋਨ ਐਜ਼ ਹੀਟਿੰਗ ਇਫੈਕਟ ਆਫ ਇਲੈਕਟ੍ਰਿਕ ਕਰੰਟ। ਓਕੇ, this effect is utilized in devices such as electric heater, iron etc. ठीक है, ਤਾਂ ਮੈਂ ਨੈਕਸਟ ਜੋ ਆਪਾਂ ਕਰਾਂਗੇ ਉਹਦੇ ਵਿੱਚ ਨੈਕਸਟ ਜੋ ਆਪਣਾ ਟੌਪਿਕ ਆ ਉਹ ਆ law stated that heat produced in a resistor is directly proportional to the square of current। ਇਹਦਾ ਮਤਲਬ ਕੀ ਹੋਇਆ, ਜਿਹੜੀ ਹੀਟ ਪ੍ਰੋਡਿਊਸ ਹੋਈ ਆ ਰਸਿਸਟਰ ਦੇ ਵਿੱਚ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦੀ ਸਕੁਏਅਰ ਆਫ ਕਰੰਟ, ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦੀ resistance for given current, directly proportional to the time for which current flow through the resistor। ਹੁਣ ਇਹਦੀਆਂ ਆਪਾਂ ਐਪਲੀਕੇਸ਼ਨਸ ਪੜ੍ਹਾਂਗੇ ਹੀਟਿੰਗ ਇਫੈਕਟ ਦੀਆਂ। ਸਭ ਤੋਂ ਪਹਿਲੀ ਆਪਾਂ ਐਪਲੀਕੇਸ਼ਨ ਦੇਖੀਏ ਤਾਂ ਇਹਦੇ ਵਿੱਚ ਯੂਜ਼ਡ ਇਨ ਇਲੈਕਟ੍ਰਿਕ ਆਇਰਨ, ਟੋਸਟਰ, ਓਵਨ, ਹੀਟਰ ਐਟਸੈਕਟਰਾ। ਦੇਖੋ ਜੋ ਇਲੈਕਟ੍ਰਿਕ ਆਇਰਨ ਆ ਉਹ ਗਰਮ ਕਿਉਂ ਹੁੰਦਾ, ਕਿਉਂਕਿ ਇਲੈਕਟ੍ਰਿਕ ਕਰੰਟ ਦੇ ਵਿੱਚ ਹੀਟਿੰਗ ਇਫੈਕਟ ਆ। ਸਿਮਿਲਰਲੀ ਟੋਸਟਰ ਦਾ ਵੀ ਇਹੀ ਆ, ਓਵਨ ਦਾ ਵੀ ਇਹੀ ਆ, ਦੈਨ ਹੀਟਰ ਦਾ ਵੀ ਇਹੀ ਆ। ਅਤੇ ਇਟ ਇਜ਼ ਆਲਸੋ ਯੂਜ਼ਡ ਇਨ ਅ ਬਲਬ ਟੂ ਪ੍ਰੋਡਿਊਸ ਲਾਈਟ, ਕਿਉਂਕਿ ਉਹਦੀ ਫਿਲਾਮੈਂਟ ਜੋ ਹੈ ਉਹ ਮੇਡ ਅਪ ਆਫ ਸਟਰੋਂਗ ਮੈਟਲ ਵਿਦ ਹਾਈ ਮੈਲਟਿੰਗ ਪੁਆਇੰਟ ਸਚ ਐਜ਼ ਟੰਗਸਟਨ। ਓਕੇ, ਉਹਦਾ ਮੈਲਟਿੰਗ ਪੁਆਇੰਟ ਦੇਖੋ ਇੰਨਾ ਹੁੰਦਾ 3380 ਡਿਗਰੀ ਸੈਲਸੀਅਸ। ਦਿਸ ਫਿਲਾਮੈਂਟ ਕੈਨ ਰਿਟੇਨ ਐਜ਼ ਮਚ ਆਫ ਦਾ ਹੀਟ ਜਨਰੇਟਡ ਐਜ਼ ਪੋਸੀਬਲ ਟੂ ਬਿਕਮ ਵੈਰੀ ਹੌਟ ਐਂਡ ਇਮਿਟ ਲਾਈਟ। ਇਹ ਜਿੰਨੀ ਮਰਜ਼ੀ ਇਹਦੇ ਵਿੱਚ ਹੀਟ ਤੁਸੀਂ ਪਹੁੰਚਾ ਦਿਓ, ਇਹ ਓਨਾ ਹੀ ਹੀਟ ਹੁੰਦਾ ਰਹੂਗਾ, ਹੈ ਨਾ, ਕਰੰਟ ਇਹਦੇ ਵਿੱਚ, ਅਤੇ ਇਹ ਮੈਲਟ ਨਹੀਂ ਹੋਊਗਾ, ਦੈਟਸ ਵਾਈ। ਉਹ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇੱਕ ਫਿਊਜ਼ ਦੀ, ਹੈ ਨਾ। ਜਿਵੇਂ ਆਪਾਂ ਫਿਊਜ਼ ਦੀ ਗੱਲ ਕਰਦੇ ਹਾਂ, ਫਿਊਜ਼ ਜਿਹੜਾ ਆਪਣੇ ਘਰਾਂ ਦੇ ਵਿੱਚ ਲੱਗਿਆ ਹੁੰਦਾ। ਫਿਊਜ਼ ਕੀ ਚੀਜ਼ ਆ, ਫਿਊਜ਼ ਦੇ ਵਿੱਚ ਨਾ ਇੱਕ ਵਾਇਰ ਲੱਗੀ ਹੁੰਦੀ ਆ ਜਿਹਦਾ ਮੈਲਟਿੰਗ ਪੁਆਇੰਟ ਕੰਪੈਰੇਟਿਵਲੀ ਬਹੁਤ ਜ਼ਿਆਦਾ ਲੋ ਹੁੰਦਾ। ਉਹ ਕੀ ਹੁੰਦਾ, ਦੇਖੋ ਘਰਾਂ ਦੇ ਵਿੱਚ ਕੀ ਹੁੰਦਾ, ਜਦੋਂ ਆਪਣੇ ਜਿਹੜੇ ਡਿਵਾਈਸਿਸ ਨੇ, ਜਿਹੜੇ ਮਹਿੰਗੇ ਮਹਿੰਗੇ ਆਪਣੇ ਅਪਲਾਇੰਸਿਸ ਨੇ, ਜਿਵੇਂ ਆਪਣਾ TV ਆ, ਹੈ ਨਾ, LED ਆਪਣੀ, ਉਹਦੇ ਵਿੱਚ ਕੀ ਹੁੰਦਾ, ਉਹਦੇ ਵਿੱਚ ਜੋ ਕਰੰਟ ਜਦੋਂ ਆ ਰਿਹਾ, ਇੱਕ ਐਵਰੇਜ ਕਰੰਟ ਜਿਹੜਾ ਕਿ ਉਹਨੂੰ ਚਾਹੀਦਾ ਆ ਉਹਦੇ ਵਿੱਚ ਓਨਾ ਫਲੋ ਹੁੰਦਾ, ਤਾਂ ਉਹ ਆਰਾਮ ਨਾਲ ਮਤਲਬ ਵਰਕ ਕਰਦਾ। ਬਟ ਸਪੋਜ਼ ਉਹਦੇ ਵਿੱਚ ਜ਼ਿਆਦਾ ਕਰੰਟ ਆ ਜੇ, ਫਿਰ ਕੀ ਹੋਊਗਾ, ਜ਼ਿਆਦਾ ਕਰੰਟ ਆ ਗਿਆ ਤਾਂ ਉਹਦੇ ਵਿੱਚ ਹੀਟ ਪੈਦਾ ਕਰ ਦੂਗਾ ਅਤੇ ਉਹਦੇ ਵਿੱਚ ਕੀ ਹੋਊਗਾ, ਖਰਾਬ ਕਰ ਦੂਗਾ ਉਹਨੂੰ, ਹੈ ਨਾ। ਤਾਂ ਉਹਦੀ ਖਰਾਬੀ ਨੂੰ ਰੋਕਣ ਲਈ ਆਪਾਂ ਇੱਕ ਫਿਊਜ਼ ਲਗਾਇਆ ਹੁੰਦਾ ਰਾਹ ਦੇ ਵਿੱਚ। ਹੁਣ ਜਿਹੜਾ ਫਿਊਜ਼ ਹੋਊਗਾ ਉਹਦੀ ਜਿਹੜੀ ਤਾਰ ਹੁੰਦੀ ਆ ਉਹਦਾ ਮੈਲਟਿੰਗ ਪੁਆਇੰਟ ਕੀ ਹੁੰਦਾ, ਬਹੁਤ ਜ਼ਿਆਦਾ ਲੋ ਹੁੰਦਾ। ਤਾਂ ਜੇ ਜ਼ਿਆਦਾ ਕਰੰਟ ਆ ਜਾਂਦਾ ਆ ਤਾਂ ਕੀ ਹੁੰਦਾ, ਉਹਦੀ ਜਿਹੜੀ ਤਾਰ ਹੁੰਦੀ ਆ ਉਹ ਬ੍ਰੇਕ ਹੋ ਜਾਂਦੀ ਆ।
ਉਹ ਇਫੈਕਟ ਨਾਲ, ਹੀਟਿੰਗ ਇਫੈਕਟ ਨਾਲ ਬ੍ਰੇਕ ਹੋ ਜਾਂਦੀ ਹੈ, ਅਤੇ ਬ੍ਰੇਕ ਹੋ ਕੇ ਕੀ ਹੋਊਗਾ, ਅੱਗੇ ਕਰੰਟ ਪਾਸ ਨਹੀਂ ਹੋਊਗਾ, ਤਾਂ ਆਪਣਾ TV ਅਤੇ ਆਪਣੇ ਹੋਰ ਜਿਹੜੇ ਮਹਿੰਗੇ ਮਹਿੰਗੇ ਅਪਲਾਈਸੈਂਸ ਨੇ ਉਹਨਾਂ ਦੀ ਬੱਚਤ ਹੋ ਜੂਗੀ। ਓਕੇ, ਤਾਂ ਇਹ ਸੀਗਾ ਆਪਣਾ ਹੀਟਿੰਗ ਇਫੈਕਟ ਆਫ ਇਲੈਕਟ੍ਰਿਕ ਕਰੰਟ। ਤਾਂ ਬਾਕੀ ਜੋ ਹੈ ਉਹ ਆਪਾਂ ਨੈਕਸਟ ਆਪਣੇ ਲੈਕਚਰ ਦੇ ਵਿੱਚ ਕਰਾਂਗੇ, ਜੋ ਕਿ ਮੈਂ ਇਹਦੇ ਨਿਊਮੈਰੀਕਲਸ ਵਗੈਰਾ ਕਵਰ ਕਰੂੰਗਾ, ਅਤੇ ਤੁਹਾਨੂੰ ਨਿਊਮੈਰੀਕਲਸ ਮੈਂ ਪੂਰੇ ਕੱਢ ਕੇ ਦਿਖਾਊਂਗਾ, ਅਤੇ ਉਹ ਤੁਸੀਂ ਕਰਕੇ ਆਣੇ ਆ। ਸੋ ਦੈਟਸ ਆਲ ਫॉर ਨਾਓ, ਐਂਡ